ਹੁਣ ਸੰਤ ਸਿੰਘ ਦੇ ਮਗਰ ਮਗਰ ਗੁਰਮੁਖ ਸਿੰਘ ਅਗਲੇ ਪਹਾੜਾਂ ਤੇ ਘਾਟੀਆਂ ਨੂੰ ਚੀਰਦਾ ਜਾ ਰਿਹਾ ਹੈ। ਜਿਵੇਂ ਜਿਵੇਂ ਉਹ ਉੱਚੇ ਜਾਂਦੇ ਤਿਵੇਂ ਤਿਵੇਂ ਹਵਾ ਹਲਕੀ ਹੁੰਦੀ ਜਾਂਦੀ ਤੇ ਪਿੱਛੇ ਕੀਤਾ ਸਫ਼ਰ ਇੱਕ ਸੁਪਨੇ ਵਰਗਾ ਜਾਪਦਾ। ਛੋਟੀ ਜਿਹੀ ਪਗਡੰਡੀ ਜਿਸ ਉੱਤੇ ਉਹ ਇਕੱਲੇ ਇਕੱਲੇ ਇੱਕ ਦੂਜੇ ਦੇ ਮਗਰ ਚੜ੍ਹ ਰਹੇ ਸਨ, ਇੱਕ ਸੱਪ ਦੀ ਤਰ੍ਹਾਂ ਵਲ ਖਾਂਦੀ ਹੋਈ ਪਹਾੜ ਦੀ ਚੋਟੀ ਤੋਂ ਪਹਾੜ ਦੇ ਦਾਮਨ ਤੱਕ ਤੇ ਫਿਰ ਉਸ ਤੋਂ ਵੀ ਹੇਠਾਂ ਤ੍ਰਿਸ਼ਨਾਗੜ੍ਹ ਦੀ ਰਿਆਸਤ ਤੱਕ ਜਾਂਦੀ ਦਿਸਦੀ ਸੀ। ਇਸ ਪਗਡੰਡੀ ਨੂੰ ਵੇਖ ਕੇ ਗੁਰਮੁਖ ਸਿੰਘ ਨੇ ਸੰਤ ਸਿੰਘ ਨੂੰ ਪੁੱਛਿਆ, ਭਾਈ ਸੰਤ ਸਿੰਘ ਜੀ, ਮੇਰੇ ਦਿਲ ਵਿੱਚ ਨਾ ਇੱਕ ਸ਼ੰਕਾ ਪੈਦਾ ਹੁੰਦਾ ਹੈ। ਉਹ ਇਹ ਬਈ ਆਨੰਦਪੁਰ ਦੀ ਰਿਆਸਤ ਇੰਨੀ ਵੱਡੀ ਏ ਤੇ ਉਸ ਦਾ ਇੰਨਾ ਵੱਡਾ ਰਾਜਾ, ਪਰ ਉਸ ਐਡੀ ਵੱਡੀ ਰਿਆਸਤ ਨੂੰ ਜਾਣ ਵਾਸਤੇ ਇੱਕ ਛੋਟੀ ਜਿਹੀ ਪਗਡੰਡੀ, ਇਹਦਾ ਕੀ ਕਾਰਨ ਹੈ? ਸੰਤ ਸਿੰਘ ਨੇ ਜਵਾਬ ਦਿੱਤਾ, ਭਾਈ ਗੁਰਮੁਖ ਸਿੰਘ ਜੀ, ਆਹ ਪਗਡੰਡੀ ਜਿਹੜੀ ਤੁਸੀਂ ਵੇਖਦੇ ਹੋ ਨਾ, ਇਹਨੂੰ ਸਿਮਰਨ ਦੀ ਸੜਕ ਕਹਿੰਦੇ ਨੇ ਤੇ ਇਸ ਉੱਤੇ ਹਰ ਬੰਦਾ ਇਕੱਲਾ ਹੀ ਤੁਰ ਸਕਦਾ ਹੈ। ਸੌੜੀ ਹੋਣ ਕਰਕੇ ਇਹਦੇ ਉੱਤੇ ਗੱਡੇ ਜਾਂ ਮੋਟਰਾਂ ਨਹੀਂ ਚੱਲ ਸਕਦੀਆਂ। ਤ੍ਰਿਸ਼ਨਾਗੜ੍ਹ ਦੀ ਰਿਆਸਤ ਵੀ ਆਨੰਦਪੁਰ ਦੀ ਰਿਆਸਤ ਦੇ ਮਤਹਿਤ ਹੈ। ਉਥੋਂ ਦਾ ਰਾਜਾ ਮਨ ਸਿੰਘ ਆਨੰਦਪੁਰ ਦੇ ਮਹਾਰਾਜਾ ਪ੍ਰਭੂ ਸਿੰਘ ਨੂੰ ਸਾਲਾਨਾ ਟੈਕਸ ਦਿੰਦਾ ਤੇ ਹਮੇਸ਼ਾ ਈਨ ਮੰਨਦਾ ਹੈ। ਦੇਖੋ, ਗੱਲ ਇਹ ਆ ਬਈ ਆਨੰਦਪੁਰ ਦੀ ਰਿਆਸਤ ਹੀ ਇੰਨੀ ਸੁੰਦਰ ਤੇ ਚੰਗੀ ਏ ਬਈ ਜੇ ਇਸ ਦਾ ਰਸਤਾ ਬਹੁਤ ਚੌੜਾ ਰੱਖਿਆ ਜਾਏ ਤਾਂ ਤ੍ਰਿਸ਼ਨਾਗੜ੍ਹ ਦੀ ਸਾਰੀ ਖਲਕਤ ਹੀ ਤ੍ਰਿਸ਼ਨਾਗੜ੍ਹ ਨੂੰ ਛੱਡ ਕੇ ਆਨੰਦਪੁਰ ਆ ਵਸੇ। ਇਸ ਗੱਲ ਦਾ ਰਾਜੇ ਮਨ ਸਿੰਘ ਨੂੰ ਪਤਾ ਹੈ। ਇਸ ਲਈ ਉਸਨੇ ਮਹਾਰਾਜਾ ਪ੍ਰਭੂ ਸਿੰਘ ਕੋਲੋਂ ਇਹ ਰਿਆਇਤ ਲਈ ਹੋਈ ਹੈ ਕਿ ਤ੍ਰਿਸ਼ਨਾਗੜ੍ਹ ਤੋਂ ਆਨੰਦਪੁਰ ਦੇ ਵਿਚਕਾਰਲੀ ਸੜਕ ਜਿਹੜੀ ਹੈ ਨਾ, ਉਹ ਬੜੀ ਤੰਗ ਤੇ ਬੜੀ ਗੁੰਝਲਦਾਰ ਰਹੇਗੀ। ਇਸ ਉੱਤੇ ਘੋੜੇ, ਗੱਡੀਆਂ, ਮੋਟਰਾਂ ਨਹੀਂ ਚੱਲ ਸਕਦੀਆਂ ਤੇ ਇਕੱਲਾ ਬੰਦਾ ਵੀ ਬੜੀ ਮੁਸ਼ਕਲ ਨਾਲ ਚੱਲੇਗਾ ਤੇ ਉਸ ਨੂੰ ਉਦੋਂ ਤੱਕ ਰਸਤਾ ਹੀ ਨਹੀਂ ਲੱਭੇਗਾ ਜਦੋਂ ਤੱਕ ਉਹਦੇ ਨਾਲ ਇਸ ਰਸਤੇ ਦਾ ਕੋਈ ਜਾਣੂ ਨਾ ਹੋਵੇ। ਇਸ ਲਈ ਭਾਈ ਸਿਮਰਨ ਦੀ ਸੜਕ ਤੇ ਤੁਰਨ ਵਾਲਾ ਕੋਈ ਵਿਰਲਾ ਹੀ ਪਾਂਦੀ ਹੁੰਦਾ ਹੈ। ਤ੍ਰਿਸ਼ਨਾਗੜ੍ਹ ਦੇ ਬਹੁਤੇ ਲੋਕਾਂ ਨੂੰ ਇਸ ਸੜਕ ਦਾ ਤੇ ਪਤਾ ਹੀ ਨਹੀਂ। ਨਾਲੇ ਉਹ ਆਨੰਦਪੁਰ ਦੀ ਰਿਆਸਤ ਨੂੰ ਤਾਂ ਐਵੇਂ ਹੀ ਸਮਝਦੇ ਨੇ ਤੇ ਕਹਿੰਦੇ ਨੇ ਬਈ ਐਵੇਂ ਲੋਕਾਂ ਨੂੰ ਭਟਕਾਉਣ ਲਈ ਇਹ ਗੱਲਾਂ ਕਰਦੇ ਨੇ, ਵਰਨਾ ਅਸਲ ਵਿੱਚ ਆਨੰਦਪੁਰ ਨਾਂ ਦੀ ਕੋਈ ਰਿਆਸਤ ਨਹੀਂ ਹੈਗੀ। ਕਿਉਂਕਿ ਉਹ ਇਸ ਨੂੰ ਐਵੇਂ ਸੁਪਨੇ ਵਾਂਗ ਸਮਝਦੇ ਨੇ, ਜਿਸ ਕਰਕੇ ਉਹਨਾਂ ਦੇ ਮਨ ਵਿੱਚ ਕਦੇ ਇੱਥੇ ਆਉਣ ਦੀ ਖਾਹਿਸ਼ ਹੀ ਪੈਦਾ ਨਹੀਂ ਹੁੰਦੀ। ਦੇਖੋ, ਤ੍ਰਿਸ਼ਨਾਗੜ੍ਹ ਤੋਂ ਸਿਰਫ ਉਹੀ ਆਦਮੀ ਆਨੰਦਪੁਰ ਆ ਸਕਦਾ ਹੈ ਜਿਸ ਨੂੰ ਮਹਾਰਾਜਾ ਪ੍ਰਭੂ ਸਿੰਘ ਜੀ ਆਪ ਬੁਲਾਉਣ, ਤੇ ਜਿਸ ਨੂੰ ਉਹ ਬੁਲਾਉਂਦੇ ਨੇ ਉਸ ਦੀ ਅਗਵਾਈ ਵਾਸਤੇ ਆਪਣੇ ਕਿਸੇ ਅਹਿਲਕਾਰ, ਕਿਸੇ ਵਜ਼ੀਰ ਜਾਂ ਸੇਵਕ ਨੂੰ ਭੇਜ ਦਿੰਦੇ ਨੇ ਤੇ ਉਹ ਫਿਰ ਜਿਸ ਨੂੰ ਲਿਆਉਣਾ ਹੁੰਦਾ ਹੈ ਉਸ ਨੂੰ ਸਿਮਰਨ ਦੀ ਸੜਕ ਦੁਆਰਾ ਆਨੰਦਪੁਰ ਲੈ ਆਉਂਦਾ ਹੈ। ਜਿਵੇਂ ਤੁਸੀਂ ਇਸ ਵੇਲੇ ਮੇਰੇ ਨਾਲ ਜਾ ਰਹੇ ਹੋ, ਇਸ ਸਿਮਰਨ ਦੀ ਪਗਡੰਡੀ ਤੋਂ ਇਲਾਵਾ ਆਨੰਦਪੁਰ ਨੂੰ ਜਾਣ ਦਾ ਹੋਰ ਕੋਈ ਰਸਤਾ ਨਹੀਂ। ਇਹ ਕਹਿ ਕੇ ਸੰਤ ਸਿੰਘ ਨੇ ਬੜੀ ਸੁਰੀਲੀ ਆਵਾਜ਼ ਵਿੱਚ ਗਾਉਣਾ ਸ਼ੁਰੂ ਕੀਤਾ, ਕਹੋ ਨਾਨਕ ਇਹ ਤਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਕਈ ਦਿਨਾਂ ਦਾ ਬਿਖੜਾ ਸਫ਼ਰ ਤੈਅ ਕਰਨ ਮਗਰੋਂ ਉਸ ਪਹਾੜ ਦੀ ਚੜ੍ਹਾਈ, ਜਿਸ ਉੱਤੇ ਦੋਵੇਂ ਪਾਂਧੀ ਚੜ੍ਹ ਰਹੇ ਸਨ, ਖਤਮ ਹੋ ਗਈ ਤੇ ਹੁਣ ਇੱਕ ਪੱਧਰੇ, ਸੋਹਣੇ ਤੇ ਰਮਣੀਕ ਮੈਦਾਨ ਵਿੱਚ ਬੜਾ ਆਲੀਸ਼ਾਨ ਰਾਜ ਮਹਲ ਨਜ਼ਰ ਆਇਆ। ਵੈਸੇ ਵੀ ਗੁਰਮੁਖ ਸਿੰਘ ਹੁਣ ਨਾ ਸਫ਼ਰ ਕਰ ਕਰਕੇ ਥੱਕ ਗਿਆ ਸੀ
ਉਸਦੇ ਪੈਰਾਂ ਨੂੰ ਰਸਤੇ ਦੇ ਪੱਥਰਾਂ ਨੇ ਖੂਬ ਜ਼ਖਮੀ ਕਰ ਦਿੱਤਾ ਸੀ। ਸਰੀਰ ਵੀ ਥਕਾਵਟ ਨਾਲ ਭੰਨਿਆ ਗਿਆ ਸੀ। ਇਸ ਆਲੀਸ਼ਾਨ ਰਾਜ ਮਹੱਲ ਨੂੰ ਤੇ ਉਸਦੇ ਇਰਦ ਗਿਰਦ ਦੇ ਮਨਮੋਹਣੇ ਨਜ਼ਾਰੇ ਨੂੰ ਵੇਖ ਕੇ ਗੁਰਮੁਖ ਸਿੰਘ ਨੇ ਸ਼ੁਕਰ ਕੀਤਾ ਤੇ ਸੰਤ ਸਿੰਘ ਨੂੰ ਆਖਿਆ, ਭਾਈ ਸਾਹਿਬ, ਅਸੀਂ ਆਨੰਦਪੁਰ ਸਾਹਿਬ ਵਿਖੇ ਆ ਗਏ ਹਾਂ ਤੇ ਨਾਲੇ ਇਹ ਵਾਲਾ ਰਾਜ ਮਹੱਲ ਜਿਹੜਾ ਹੈ ਉਹ ਮਹਾਰਾਜਾ ਸਾਹਿਬ ਦਾ। ਸੰਤ ਸਿੰਘ ਨੇ ਜਵਾਬ ਦਿੱਤਾ, ਗੁਰਮੁਖ ਸਿੰਘ ਜੀ, ਇਹ ਥਾਂ ਆਨੰਦਪੁਰ ਦੇ ਰਸਤੇ ਦਾ ਆਖਰੀ ਪੜਾਅ ਹੈ ਤੇ ਇਸ ਤੋਂ ਬਾਅਦ ਉਹ ਸਾਹਮਣੇ ਬਰਫ਼ ਨਾਲ ਢੱਕੀ ਹੋਈ ਪਹਾੜ ਦੀ ਚੋਟੀ ਵੱਲ ਅਸੀਂ ਜਾਣਾ, ਜਿੱਥੇ ਮਹਾਰਾਜਾ ਪ੍ਰਭੂ ਸਿੰਘ ਜੀ ਬਿਰਾਜਦੇ ਨੇ। ਤੁਸੀਂ ਥੱਕੇ ਹੋਏ ਹੋ, ਆਰਾਮ ਕਰ ਲਓ, ਪਰ ਚੇਤੇ ਰੱਖਿਓ ਇਹ ਥਾਂ ਉਸ ਤੋਂ ਵੀ ਵੱਧ ਸੁਹਾਵਣਾ ਜਿੱਥੇ ਤੁਸੀਂ ਪਿਛਲੀ ਵਾਰ ਰੁਕੇ ਸੋ। ਕਿਤੇ ਇੱਥੇ ਦਿਲ ਨਾ ਲਗਾ ਬੈਠਣਾ। ਅਸੀਂ ਆਪਣੇ ਸਫ਼ਰ ਦੀ ਤਿਆਰੀ ਹੁਣ ਆਖਰੀ ਚੜ੍ਹਾਈ ਆਰੰਭ ਕਰਨੀ ਹੈ। ਗੁਰਮੁਖ ਸਿੰਘ ਕਹਿਣ ਲੱਗਾ, ਠੀਕ ਹੈ ਮਹਾਰਾਜ, ਮੇਰੀ ਜ਼ਰਾ ਥਕਾਵਟ ਉਤਰ ਲਵੇ, ਫਿਰ ਮੈਂ ਤੁਹਾਡੇ ਨਾਲ ਚੱਲਾਂਗਾ ਤੇ ਤੁਹਾਡੇ ਨਾਲ ਸਫ਼ਰ ਦਾ ਆਖਰੀ ਹਿੱਸਾ ਵੀ ਤੈਅ ਕਰਾਂਗਾ। ਖੈਰ, ਇਸ ਤਰ੍ਹਾਂ ਗੱਲਾਂ ਕਰਦਿਆਂ ਹੋਇਆਂ ਇਹ ਦੋਵੇਂ ਜਣੇ ਇਸ ਸ਼ਾਹੀ ਮਹੱਲ ਵਿੱਚ ਦਾਖਲ ਹੋ ਗਏ। ਪਰ ਗੁਰਮੁਖ ਸਿੰਘ ਇਹ ਵੇਖ ਕੇ ਬੜਾ ਹੀ ਹੈਰਾਨ ਹੋਇਆ ਵੀ ਇਸ ਮਹੱਲ ਵਿੱਚ ਨੌਕਰ, ਚਾਕਰ, ਮਾਲੀ, ਦਰਬਾਨ ਭਾਵੇਂ ਕੋਈ ਵੀ ਨਹੀਂ ਸੀ, ਪਰ ਤਾਂ ਵੀ ਇਹ ਸਾਰਾ ਮਹੱਲ ਬੜੇ ਸ਼ਾਹੀ ਤਰੀਕੇ ਨਾਲ ਸਜਾਇਆ ਗਿਆ ਸੀ ਤੇ ਸਾਫ਼ ਸੁਥਰੀ ਹਾਲਤ ਵਿੱਚ ਸੀ। ਗੁਰਮੁਖ ਸਿੰਘ ਜਿਸ ਪਾਸੇ ਜਾਂਦਾ ਦਰਵਾਜ਼ੇ ਆਪੇ ਖੁੱਲ ਜਾਂਦੇ, ਜਿਸ ਚੀਜ਼ ਦਾ ਖਿਆਲ ਕਰਦਾ ਉਹਦੇ ਸਾਹਮਣੇ ਆਪੇ ਹਾਜ਼ਰ ਹੋ ਜਾਂਦੀ। ਪਰ ਉਹ ਬੜਾ ਥੱਕਿਆ ਹੋਇਆ ਸੀ। ਜਾਂਦਿਆਂ ਹੀ ਨਾ ਰੇਸ਼ਮੀ ਗਦੇਲਿਆਂ ਵਾਲੇ ਪਲੰਘ ਉੱਤੇ ਘੂਕ ਸੌਂ ਗਿਆ। ਥੋੜੀ ਦੇਰ ਬਾਅਦ ਜਦੋਂ ਉਸ ਦੀ ਜਾਗ ਖੁੱਲੀ ਤਾਂ ਉਸ ਨੂੰ ਭੁੱਖ ਮਹਿਸੂਸ ਹੋਈ ਤੇ ਦਿਲ ਵਿੱਚ ਤਰ੍ਹਾਂ ਤਰ੍ਹਾਂ ਦੇ ਖਾਣੇ ਖਾਣ ਦਾ ਖਿਆਲ ਆਇਆ। ਖਿਆਲ ਆਉਂਦਿਆਂ ਸਾਰ ਕੀ ਵੇਖਦਾ ਹੈ ਬਈ ਉਹਦੇ ਸਾਹਮਣੇ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਤੇ ਫਲਾਂ ਨਾਲ ਲੱਦੇ ਹੋਏ ਮੇਜ਼ ਸਜੇ ਹੋਏ ਨੇ। ਗੁਰਮੁਖ ਸਿੰਘ ਇਸ ਕੌਤਕ ਨੂੰ ਵੇਖ ਕੇ ਬੜਾ ਹੈਰਾਨ ਹੋਇਆ। ਖੈਰ, ਉਹ ਮੇਜ਼ ਤੇ ਆ ਕੇ ਬੈਠਾ। ਉਸ ਦੀ ਹਾਲਤ ਵੇਖ ਕੇ ਸੰਤ ਸਿੰਘ ਨੇ ਪਿੱਛੋਂ ਦੀ ਆ ਕੇ ਮੋਢੇ ਤੇ ਹੱਥ ਧਰ ਕੇ ਆਖਿਆ, ਗੁਰਮੁਖ ਸਿੰਘ ਜੀ, ਹੈਰਾਨ ਨਾ ਹੋ। ਇਸ ਮਹੱਲ ਸੰਬੰਧੀ ਸਾਰੀ ਗੱਲ ਮੈਂ ਤੁਹਾਨੂੰ ਖੋਲ ਕੇ ਦੱਸ ਦੇਣਾ। ਇਸ ਮਹੱਲ ਦੇ ਅੰਦਰ ਵੜਦਿਆਂ ਸਾਰ ਨਾ ਬੰਦੇ ਦੇ ਦਿਲ ਵਿੱਚ ਜਿਹੜਾ ਵੀ ਖਿਆਲ ਆਵੇ ਅੱਖ ਦੇ ਫੋਰ ਵਿੱਚ ਪੂਰਾ ਹੋ ਜਾਂਦਾ ਹੈ। ਮਹਾਰਾਜਾ ਪ੍ਰਭੂ ਸਿੰਘ ਜੀ ਦੀ ਆਗਿਆ ਹੈ ਵੀ ਜਿਹੜਾ ਮੇਰਾ ਮਿੱਤਰ ਇਸ ਮਹੱਲ ਵਿੱਚ ਆ ਕੇ ਠਹਿਰੇ, ਉਸ ਨੂੰ ਆਰਾਮ ਤੇ ਸੁੱਖ ਵਾਸਤੇ ਮੂੰਹੋਂ ਕੁਝ ਮੰਗਣਾ ਨਾ ਪਵੇ। ਸਿਰਫ ਮਨ ਵਿੱਚ ਸੋਚੇ ਤੇ ਉਸ ਦੀ ਇੱਛਾ ਫੌਰਨ ਪੂਰੀ ਹੋ ਜਾਏਗੀ। ਇਸੇ ਲਈ ਇਸ ਮਹੱਲ ਵਿੱਚ ਤੁਸੀਂ ਜੋ ਵੀ ਸੋਚੋਗੇ ਨਾ, ਉਹ ਉਸੇ ਵੇਲੇ ਪੂਰਾ ਹੋ ਜਾਏਗਾ। ਵੈਸੇ ਤੇ ਦੁਨੀਆ ਵਿੱਚ ਵੀ ਇਨਸਾਨ ਦੀਆਂ ਇੱਛਾਵਾਂ ਕਦੇ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ, ਪਰ ਇੱਛਾ ਦੀ ਪੂਰਤੀ ਕਰਨ ਵਾਸਤੇ ਬਹੁਤ ਵਾਰ ਯਤਨ ਵੀ ਕਰਨਾ ਪੈਂਦਾ ਹੈ। ਪਰ ਆਨੰਦਪੁਰ ਦੇ ਰਸਤੇ ਤੇ ਇਸ ਆਖਰੀ ਪੜਾਅ ਤੇ ਪਹੁੰਚ ਕੇ ਇਨਸਾਨ ਦੀਆਂ ਇੱਛਾਵਾਂ ਬਿਨਾਂ ਕਿਸੇ ਯਤਨ ਤੋਂ ਪੂਰੀਆਂ ਹੋ ਜਾਣਗੀਆਂ। ਸੋ ਤੁਸੀਂ ਜਦੋਂ ਤੱਕ ਇਸ ਮਹੱਲ ਵਿੱਚ ਰਹੋਗੇ ਨਾ, ਜੋ ਸੋਚੋਗੇ ਉਹ ਪੂਰਾ ਹੋ ਜਾਏਗਾ। ਇਸ ਥਾਂ ਤੇ ਪਹੁੰਚ ਕੇ ਇਨਸਾਨ ਵਾਸਤੇ ਦੇਸ਼ ਅਤੇ ਕਾਲ ਦੀ ਹੱਦ ਨਹੀਂ ਰਹਿੰਦੀ। ਭਾਵ there is no limit on space and time। ਭਾਵ ਇਸ ਥਾਂ ਤੇ ਪਹੁੰਚ ਕੇ ਇਨਸਾਨ ਸਪੇਸ ਐਂਡ ਟਾਈਮ ਤੋਂ ਬਾਹਰ ਨਿਕਲ ਜਾਂਦਾ ਹੈ।
ਤੁਸੀਂ ਜਿਸ ਮਿੱਤਰ ਨੂੰ ਯਾਦ ਕਰੋਗੇ ਤੁਹਾਡੇ ਕੋਲ ਆ ਜਾਏਗਾ। ਜੋ ਪਦਾਰਥ ਚਾਹੋਗੇ ਸਾਹਮਣੇ ਹਾਜ਼ਰ ਹੋ ਜਾਏਗਾ। ਰਾਜਾ ਬਣ ਕੇ ਰਹਿਣਾ ਚਾਹੋਗੇ ਤਾਂ ਰਾਜ ਮਹੱਲ, ਦਰਬਾਰ, ਫੌਜਾਂ, ਲਸ਼ਕਰ ਸਭ ਉਸੇ ਵੇਲੇ ਹਾਜ਼ਰ ਹੋ ਜਾਏਗਾ। ਜੇ ਚਾਹੋਗੇ ਬਈ ਹਜ਼ਾਰਾਂ ਸਾਲਾਂ ਦੀ ਲੰਮੀ ਉਮਰ ਹੋ ਜਾਏ, ਇਹ ਵੀ ਹੋ ਜਾਏਗੀ। ਜੇ ਚਾਹੋਗੇ ਕਿ ਇੰਦਰ ਦਾ ਦੇਵਤਾ ਸਣੇ ਆਪਣੀ ਸਾਰੀ ਦੇਵੀ ਸ਼ਾਨੋ ਸ਼ੌਕਤ ਦੇ ਤੁਹਾਡਾ ਦਿਲ ਪਰਚਾਉਣ ਲਈ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਵੇ, ਤਾਂ ਬਸ ਸੋਚਣ ਦੀ ਲੋੜ ਹੈ, ਉਹ ਵੀ ਹਾਜ਼ਰ ਹੋ ਜਾਏਗਾ। ਅਸਲ ਵਿੱਚ ਨਾ ਆਨੰਦਪੁਰ ਦੇ ਰਸਤੇ ਦਾ ਇਹ ਆਖਰੀ ਪੜਾਅ ਹੈ ਤੇ ਬੜਾ ਮਨਮੋਹਣ ਹੈ। ਜਿੰਨੀ ਦੇਰ ਤੁਹਾਡਾ ਜੀ ਕਰੇ ਤੁਸੀਂ ਇੱਥੇ ਰਹਿ ਸਕਦੇ ਹੋ, ਪਰ ਇਹ ਗੱਲ ਚੇਤੇ ਰੱਖਿਓ ਬਈ ਇਹ ਇੱਕ ਪੜਾਅ ਹੈ ਤੇ ਆਖਰੀ ਮੰਜ਼ਿਲ ਹੈ। ਜਿੱਥੇ ਤੁਸੀਂ ਜਾਣਾ ਹੈ ਰਾਜਾ ਪ੍ਰਭੂ ਸਿੰਘ ਜੀ ਨੂੰ ਮਿਲਣ, ਉਹ ਅੱਗੇ ਹੈ ਤੇ ਮੈਂ ਤੁਹਾਨੂੰ ਉੱਥੇ ਲੈ ਕੇ ਜਾਣਾ ਚਾਹੁੰਦਾ। ਗੁਰਮੁਖ ਸਿੰਘ ਨੇ ਸੰਤ ਸਿੰਘ ਹੋਰਾਂ ਦੇ ਸਾਹਮਣੇ ਬੜੇ ਸਤਿਕਾਰ ਨਾਲ ਹੱਥ ਜੋੜ ਕੇ ਆਖਿਆ, ਮਹਾਰਾਜ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਤੁਸੀਂ ਕਿਸ ਤਰ੍ਹਾਂ ਮੈਨੂੰ ਨੀਵੀਂ ਹਾਲਤ ਵਿੱਚੋਂ ਚੁੱਕ ਕੇ ਇੱਥੇ ਲਿਆ ਪਹੁੰਚਾਇਆ ਤੇ ਇਸ ਅਜੀਬ ਅਵਸਥਾ ਵਿੱਚ ਜਿੱਥੇ ਤੁਸੀਂ ਮੈਨੂੰ ਹੁਣ ਲਿਆ ਟਿਕਾਇਆ, ਮੈਂ ਨਾ ਕੁਝ ਦੇਰ ਇੱਥੇ ਰਹਿ ਕੇ ਇਸ ਨੂੰ ਵੇਖਣਾ ਤੇ ਸਮਝਣਾ ਚਾਹਣਾ ਤੇ ਫਿਰ ਇਸ ਸਥਾਨ ਤੋਂ ਅੱਗੇ ਜਿੱਥੇ ਤੁਸੀਂ ਮੈਨੂੰ ਲਿਜਾਣਾ ਚਾਹੁੰਦੇ ਜੇ ਜ਼ਰੂਰ ਚੱਲਾਂਗੇ। ਹੁਣ ਗੁਰਮੁਖ ਸਿੰਘ ਇਸ ਨਵੇਂ ਮਹਿਲ ਦਾ ਵਾਸੀ ਸੀ। ਜੋ ਚਾਹੁੰਦਾ ਉਸੇ ਵੇਲੇ ਹਾਜ਼ਰ ਹੋ ਜਾਂਦਾ। ਜਿਸ ਚੀਜ਼ ਦਾ ਖਿਆਲ ਕਰਦਾ ਫੌਰਨ ਹੂ ਬਹੂ ਸਾਹਮਣੇ ਹਾਜ਼ਰ ਹੋ ਜਾਂਦੀ। ਇਸਨੇ ਆਪਣੇ ਪਰਿਵਾਰ ਦੀ ਇੱਛਾ ਕੀਤੀ ਤਾਂ ਸਾਰੇ ਦਾ ਸਾਰਾ ਜਿਵੇਂ ਦਾ ਤਿਵੇਂ ਉਸ ਦੇ ਸਾਹਮਣੇ ਆ ਕੇ ਬੈਠ ਗਿਆ। ਜਿਵੇਂ ਹੀ ਇਸਨੇ ਰਾਜ ਦੀ ਇੱਛਾ ਕੀਤੀ, ਸਾਰੇ ਰਾਜਸੀ ਠਾਠ ਬਾਠ ਪੈਦਾ ਹੋ ਗਏ। ਹੁਣ ਰਾਜਿਆਂ ਵਾਂਗੂ ਰਹਿੰਦਾ, ਜਿੱਧਰ ਜਾਂਦਾ ਦੁਨੀਆ ਸਲਾਮਾਂ ਕਰਦੀ, ਸਾਰੇ ਉਸ ਦੀ ਈਨ ਮੰਨਦੇ। ਇਸ ਦੀ ਇੱਛਾ ਅਨੁਸਾਰ ਉਸ ਦਾ ਸਰੀਰ ਬੜਾ ਬਲਵਾਨ ਤੇ ਅਰੋਗ ਹੋ ਗਿਆ। ਹੁਣ ਇਸ ਦੀ ਪਰਜਾ ਵੀ ਬੜੀ ਖੁਸ਼ਹਾਲ ਤੇ ਸੁਖੀ ਸੀ। ਉਸਨੇ ਪਰਜਾ ਦੀ ਭਲਾਈ ਲਈ ਬਹੁਤ ਵੱਡੀਆਂ ਵੱਡੀਆਂ ਯੋਜਨਾਵਾਂ ਲਾਗੂ ਕੀਤੀਆਂ। ਨਤੀਜਾ ਇਹ ਹੋਇਆ ਕਿ ਪਰਜਾ ਉਸ ਨੂੰ ਦਿਲੋਂ ਪਿਆਰ ਕਰਦੀ ਸੀ। ਉਹ ਸਾਰਿਆਂ ਨਾਲ ਇਨਸਾਫ ਕਰਦਾ ਤੇ ਨਿਰਭੈ ਹੋ ਕੇ ਦੋਸ਼ੀਆਂ ਨੂੰ ਦੰਡ ਦਿੰਦਾ ਤੇ ਨਿਰਦੋਸ਼ ਲੋਕਾਂ ਦੇ ਲਈ ਇਨਸਾਫ ਕਰਦਾ। ਸੁੱਖਾਂ ਦੇ ਸਾਰੇ ਸਮਾਨ ਉਸ ਕੋਲ ਮੌਜੂਦ ਸਨ। ਰਾਜ ਸੀ, ਹੁਕਮ ਸੀ, ਮਹੱਲ ਸਨ, ਅਹਿਲਕਾਰ, ਵਜ਼ੀਰ, ਜਰਨੈਲ, ਫੌਜਾਂ ਦੇ ਲਾਓ ਲਸ਼ਕਰ, ਇੱਜ਼ਤ ਸੀ, ਅਰੋਗਤਾ ਸੀ, ਧਰਮੀ ਤੇ ਨੇਕ ਸੁਭਾਅ ਸੀ, ਬਾਲ ਬੱਚੇ ਤੇ ਗ੍ਰਸਥੀ ਦਾ ਪੂਰਾ ਸੁਖੀ ਜੀਵਨ ਸੀ। ਇੱਕ ਦਿਨ ਗੁਰਮੁਖ ਸਿੰਘ ਨੂੰ ਇਹ ਖਿਆਲ ਆਇਆ ਕਿ ਮੇਰੀ ਮਾਨਸਿਕ ਤਾਕਤ ਤੇ ਇੰਨੀ ਵੱਧ ਗਈ ਹੈ ਬਈ ਮੈਨੂੰ ਹੋਰ ਕੁਝ ਸੁਝਦਾ ਹੀ ਨਹੀਂ ਬਈ ਮੈਂ ਹੋਰ ਕੀ ਚਾਹੁੰਨਾ। ਪਰ ਇਹ ਸਾਰਾ ਕੁਝ ਰਾਜ, ਭੋਗ, ਇਹ ਤੇ ਪਦਾਰਥਕ ਵਸਤੂਆਂ ਨੇ। ਮੇਰੇ ਵਿੱਚ ਮਾਨਸਿਕ ਸ਼ਕਤੀਆਂ ਦੇ ਨਾਲ ਨਾਲ ਆਤਮਿਕ ਬਲ ਵੀ ਹੋਣਾ ਚਾਹੀਦਾ ਹੈ। ਇਹ ਨਾ ਸੋਚਣ ਦੇ ਨਾਲ ਹੀ ਉਹਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਬਈ ਉਸ ਦੇ ਅੰਦਰ ਤੇ ਬੜੀਆਂ ਬੜੀਆਂ ਆਤਮਿਕ ਸ਼ਕਤੀਆਂ ਆ ਗਈਆਂ ਨੇ। ਜੇ ਉਹ ਚਾਹਵੇ ਬਈ ਉਸ ਦਾ ਸਰੀਰ ਵੱਡਾ ਹੋ ਜਾਏ ਤਾਂ ਵੱਡਾ ਹੋ ਜਾਂਦਾ। ਜੇ ਉਹ ਚਾਹਵੇ ਕਿ ਛੋਟਾ ਹੋ ਜਾਏ ਤੇ ਸਰੀਰ ਦੇਖਦਿਆਂ ਦੇਖਦਿਆਂ ਛੋਟਾ ਹੋ ਜਾਂਦਾ। ਜੇ ਉਹ ਚਾਹੁੰਦਾ ਕਿ ਮੈਂ ਅਸਮਾਨ ਵਿੱਚ ਉੱਡਾਂ ਤਾਂ ਉਸ ਦਾ ਜਿਸਮ ਇੰਨਾ ਹਲਕਾ ਹੋ ਜਾਂਦਾ ਬਈ ਉਸਨੇ ਅਸਮਾਨ ਵਿੱਚ ਉੱਡਣਾ ਸ਼ੁਰੂ ਕਰ ਦੇਣਾ। ਜੇ ਉਹ ਚਾਹਵੇ ਬਈ ਨਹੀਂ ਮੇਰਾ ਸਰੀਰ ਮੁੜ ਰਾਜੇ ਵਾਲਾ ਹੋ ਜਾਵੇ ਤਾਂ ਉਸੇ ਤਰ੍ਹਾਂ ਹੋ ਗਿਆ। ਉਸਨੇ ਫਿਰ ਚਾਹਿਆ ਬਈ ਮੈਂ ਅੰਤਰਜਾਮੀ ਹੋ ਜਾਵਾਂ ਤਾਂ ਸੱਚਮੁੱਚ ਜਿਸ ਬੰਦੇ ਵੱਲ ਵੇਖਦਾ ਉਸ ਦੇ ਦਿਲ ਦੀ ਸਾਰੀ ਤਸਵੀਰ ਉਸ ਦੇ ਸਾਹਮਣੇ ਆ ਜਾਂਦੀ।
ਤੇ ਉਹ ਜਾਣ ਜਾਂਦਾ ਬਈ ਇਸ ਦੇ ਦਿਲ ਵਿੱਚ ਕੀ ਖਿਆਲ ਚੱਲ ਰਹੇ ਨੇ। ਹੁਣ ਗੁਰਮੁਖ ਸਿੰਘ ਦੁਨਿਆਵੀ ਤੇ ਆਤਮਿਕ ਤੌਰ ਤੇ ਸੰਪੂਰਨ ਸੀ। ਦੁਨੀਆ ਦੇ ਸਾਰੇ ਸੁੱਖ ਤੇ ਰਿੱਧੀਆਂ ਸਿੱਧੀਆਂ ਉਸ ਦੀਆਂ ਦਾਸੀਆਂ ਸਨ। ਹੁਣ ਉਸ ਨੂੰ ਖਿਆਲ ਆਇਆ ਬਈ ਸੰਤ ਸਿੰਘ ਜੋ ਮੇਰੀ ਉਡੀਕ ਵਿੱਚ ਬੈਠਾ ਹੈ, ਮੈਂ ਉਹਨੂੰ ਜਾ ਕੇ ਕਹਿ ਦਿਆਂ ਬਈ ਤੁਸੀਂ ਜਾਓ, ਮੈਨੂੰ ਤੁਹਾਡੇ ਨਾਲ ਅੱਗੇ ਜਾਣ ਦੀ ਲੋੜ ਨਹੀਂ। ਪਰ ਨਾਲ ਹੀ ਉਸ ਨੂੰ ਆਪਣੇ ਕੀਤੇ ਇਕਰਾਰ ਦੀ ਯਾਦ ਆਈ ਤਾਂ ਬੜਾ ਸ਼ਰਮਿੰਦਾ ਹੋਣ ਲੱਗਾ। ਭਾਵੇਂ ਉਹ ਆਪਣੇ ਆਪ ਨੂੰ ਪੂਰਨ ਸੁਖੀ ਸਮਝਦਾ ਸੀ ਤੇ ਅੱਗੇ ਜਾਣ ਵਿੱਚ ਸਿਵਾਏ ਨੁਕਸਾਨ ਦੇ ਹੋਰ ਕੋਈ ਫਾਇਦਾ ਨਹੀਂ ਸੀ ਵੇਖਦਾ। ਹਾਲਾਂ ਇਹੋ ਜਿਹਾ ਖਿਆਲ ਹੀ ਸੀ ਕਿ ਇੱਕ ਦਿਨ ਜਦੋਂ ਉਹ ਸਰਦਾਰ ਸੰਤ ਸਿੰਘ ਦੇ ਕਮਰੇ ਵਿੱਚ ਦਾਖਲ ਹੋਇਆ, ਇਹ ਕਹਿਣ ਲਈ ਵੀ ਉਸ ਨੂੰ ਸਾਫ਼-ਸਾਫ਼ ਕਹਿ ਦਿਆਂ ਕਿ ਮੇਰਾ ਅੱਗੇ ਜਾਣ ਦਾ ਕੋਈ ਇਰਾਦਾ ਨਹੀਂ। ਪਰ ਜਿਵੇਂ ਹੀ ਉਹ ਕਮਰੇ ਵਿੱਚ ਵੜਿਆ, ਸੰਤ ਸਿੰਘ ਜੀ ਦੇ ਕਮਰੇ ਵਿੱਚ ਬੜੇ ਪਿਆਰ ਨਾਲ ਗਾਇਆ ਜਾ ਰਿਹਾ ਸੀ। ਮੋਤੀ ਤਾਂ ਮੰਦਰ ਉਸਰੈ ਰਤਨੀ ਤਾਂ ਹੋ ਹੈ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ, ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰਪੂਛ ਦੇਖਿਆ ਅਵਰ ਨਾ ਹੀ ਥਾਓ। ਰਹਾਓ। ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਓ, ਮੋਹਣੀ ਮੁਖ ਮਣੀ ਸੋ ਹੈ ਕਰੈ ਰੰਗ ਪਸਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਪਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ, ਸੁਲਤਾਨ ਹੋਵਾਂ ਮੇਲ ਲਸ਼ਕਰ ਤਖਤ ਰਾਖਾਂ ਪਾਓ, ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਓ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ। ਗੁਰਮੁਖ ਸਿੰਘ ਨੂੰ ਕਮਰੇ ਅੰਦਰ ਵੜਦਿਆਂ ਵੇਖ ਕੇ ਸੰਤ ਸਿੰਘ ਜੀ ਆਪਣੇ ਰੰਗ ਵਿੱਚ ਕੀਰਤਨ ਵਿੱਚ ਜੁੜੇ ਰਹੇ। ਉਸ ਕਮਰੇ ਵਿੱਚ ਵੜਦਿਆਂ ਹੀ ਗੁਰਮੁਖ ਸਿੰਘ ਨੇ ਐਸੀ ਸ਼ਾਂਤੀ, ਆਨੰਦ ਅਤੇ ਅਡੋਲਤਾ ਮਹਿਸੂਸ ਕੀਤੀ ਜੋ ਉਸ ਨੂੰ ਆਪਣੇ ਰਾਜੇ ਵਾਲੇ ਪੂਰਨ ਸੁਖੀ ਜੀਵਨ ਵਿੱਚ ਵੀ ਕਦੇ ਨਸੀਬ ਨਹੀਂ ਸੀ ਹੋਈ। ਜਦੋਂ ਸਰਦਾਰ ਸੰਤ ਸਿੰਘ ਜੀ ਪਿਆਰ ਨਾਲ ਇਹ ਤੁਕ ਗਾਉਂਦੇ ਨਾ, ਮਤ ਦੇਖ ਭੂਲਾਂ ਵੀਸਰੈ ਤੇਰਾ ਚਿਤ ਨਾ ਆਵੈ ਨਾਓ, ਤਾਂ ਗੁਰਮੁਖ ਸਿੰਘ ਨੂੰ ਸੰਤ ਸਿੰਘ ਜੀ ਨਾਲ ਆਨੰਦਪੁਰ ਵੱਲ ਤੁਰਨ ਦਾ ਇਕਰਾਰ ਹਲੂਣੇ ਦੇ ਦੇ ਕੇ ਆਖਦਾ ਬਈ ਤੂੰ ਇਸ ਮਹਿਲ ਵਿੱਚ ਆਉਣ ਵੇਲੇ ਸੰਤ ਸਿੰਘ ਨੂੰ ਕੀ ਆਖਿਆ ਸੀ ਤੇ ਹੁਣ ਕੀ ਕਹਿਣਾ ਹੈ। ਸੰਤ ਸਿੰਘ ਨੇ ਜੋ ਤਰਕ ਮਾਰੀ ਸੀ ਨਾ ਬਈ ਵੇਖੀ ਕਿਤੇ ਇੱਥੇ ਹੀ ਤੇਰਾ ਦਿਲ ਨਾ ਲੱਗ ਜਾਏ, ਉਹ ਸੱਚ ਨਿਕਲੀ ਨਾ। ਹੁਣ ਦੱਸ ਸੰਤ ਸਿੰਘ ਦੀ ਨਿਗਾਹ ਵਿੱਚ ਤੇਰੀ ਕੀ ਕੀਮਤ ਰਹਿ ਗਈ। ਮਹਾਰਾਜਾ ਪ੍ਰਭੂ ਸਿੰਘ ਜੀ ਤੇਰੀ ਇਹ ਦਸ਼ਾ ਵੇਖ ਕੇ ਕੀ ਕਹਿਣਗੇ। ਜਿੰਨਾ ਚਿਰ ਸਰਦਾਰ ਸੰਤ ਸਿੰਘ ਦੀ ਸਿਤਾਰ ਵੱਜਦੀ ਰਹੀ ਤੇ ਇਸ ਸ਼ਬਦ ਦਾ ਕੀਰਤਨ ਹੁੰਦਾ ਰਿਹਾ, ਗੁਰਮੁਖ ਸਿੰਘ ਉਹਨਾਂ ਨੂੰ ਗੌਰ ਨਾਲ ਸੁਣਦਾ ਤੇ ਵਿਚਾਰਦਾ ਰਿਹਾ। ਕੁਝ ਚਿਰ ਮਗਰੋਂ ਕੀਰਤਨ ਖਤਮ ਹੋ ਗਿਆ ਤੇ ਸੰਤ ਸਿੰਘ ਨੇ ਗੁਰਮੁਖ ਸਿੰਘ ਨੂੰ ਹੱਸ ਕੇ ਆਖਿਆ, ਹਾਂਜੀ ਸਿੰਘ ਜੀ, ਤੁਹਾਡਾ ਥਕੇਵਾਂ ਅਜੇ ਲੱਥਿਆ ਕਿ ਨਹੀਂ? ਮੈਂ ਤੇ ਤੁਹਾਡੀ ਉਡੀਕ ਕਰ ਰਿਹਾ ਬਈ ਜਦੋਂ ਤੁਸੀਂ ਤਿਆਰ ਹੋ ਜਾਓ ਅੱਗੇ ਚੱਲਣ ਲਈ ਤੇ ਫਿਰ ਆਪਾਂ ਇਕੱਠੇ ਰਲ ਕੇ ਅੱਗੇ ਚੱਲੀਏ। ਗੁਰਮੁਖ ਸਿੰਘ ਨੇ ਜਵਾਬ ਦਿੱਤਾ, ਸਰਦਾਰ ਸੰਤ ਸਿੰਘ ਜੀ, ਤੁਸੀਂ ਸੱਚ ਆਖਦੇ ਸਾਓ।
ਕਿ ਇਹ ਅਸਥਾਨ ਬੜਾ ਸੁਹਾਵਣਾ ਹੈ, ਕਿਤੇ ਇੱਥੇ ਮੇਰਾ ਦਿਲ ਨਾ ਲੱਗ ਜਾਏ। ਪਰ ਉਹ ਗੱਲ ਹੀ ਹੋਈ ਜੇ, ਮੇਰਾ ਮਨ ਤੇ ਇੱਥੇ ਇੰਨਾ ਲੱਗ ਗਿਆ ਬਈ ਅੱਗੇ ਜਾਣ ਨੂੰ ਜੀ ਨਹੀਂ ਕਰਦਾ। ਮੈਂ ਤੇ ਖੁਦ ਹੈਰਾਨ ਤੇ ਮੇਰੀ ਅਕਲ ਸਾਥ ਨਹੀਂ ਦਿੰਦੀ ਬਈ ਤੁਸੀਂ ਮੈਨੂੰ ਇਸ ਸੋਹਣੇ ਥਾਂ ਤੋਂ ਉੱਚੇ ਹੋਰ ਕਿੱਥੇ ਲੈ ਕੇ ਜਾਣਾ ਚਾਹੁੰਦੇ ਜੇ। ਇਸ ਤੋਂ ਉੱਚਾ ਤਾਂ ਹੋਰ ਕੋਈ ਥਾਂ ਹੋ ਹੀ ਨਹੀਂ ਸਕਦਾ। ਵੇਖੋ ਨਾ, ਇਸ ਥਾਂ ਤੇ ਜੋ ਮੈਂ ਸੋਚਣਾ ਉਹ ਉਸੇ ਵੇਲੇ ਐਨ ਪ੍ਰਤੱਖ ਪੂਰਾ ਹੋ ਜਾਂਦਾ ਹੈ। ਮੇਰੇ ਮਨ ਵਿੱਚ ਕਿਸੇ ਵੀ ਗੱਲ ਦੀ ਖਾਹਿਸ਼ ਬਾਅਦ ਵਿੱਚ ਪੈਦਾ ਹੁੰਦੀ ਹੈ ਤੇ ਪੂਰੀ ਪਹਿਲਾਂ ਹੋ ਜਾਂਦੀ ਹੈ। ਇਸ ਥਾਂ ਤੇ ਮੰਗਣ ਦੀ ਤੇ ਲੋੜ ਹੀ ਨਹੀਂ। ਪਿਛਲੀ ਥਾਂ ਤੇ ਮੈਨੂੰ ਮੰਗਣਾ ਪੈਂਦਾ ਸੀ ਤੇ ਉਸ ਮੰਗ ਨੂੰ ਪੂਰਿਆ ਕਰਨਾ ਉਸ ਮਹੱਲ ਦੇ ਸੇਵਾਦਾਰਾਂ ਦੇ ਅਧਿਕਾਰ ਵਿੱਚ ਸੀ। ਭਾਵੇਂ ਉਹ ਮੇਰੀ ਹਰੇਕ ਮੰਗ ਤੁਰੰਤ ਪੂਰੀ ਕਰਦੇ ਸਨ ਤੇ ਕਦੇ ਨਾ ਨਹੀਂ ਸਨ ਕਰਦੇ, ਪਰ ਜੇ ਉਹ ਨਾ ਕਰਨਾ ਚਾਹੁੰਦੇ ਤਾਂ ਐਸਾ ਕਰ ਸਕਦੇ ਸਨ ਨਾ। ਪਰ ਵੇਖੋ, ਇਸ ਥਾਂ ਤੇ ਤਾਂ ਮੈਨੂੰ ਕੁਝ ਮੰਗਣ ਦੀ ਵੀ ਮੁਤਾਜੀ ਨਹੀਂ। ਮੈਨੂੰ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਕਿਸੇ ਨੌਕਰ ਜਾਂ ਚਾਕਰ ਦੀ ਵੀ ਜ਼ਰੂਰਤ ਨਹੀਂ। ਮੇਰੇ ਦਿਲ ਵਿੱਚ ਖਿਆਲ ਆਉਂਦਾ ਹੈ ਤੇ ਉਸੇ ਵੇਲੇ ਉਹ ਝੱਟ ਹੀ ਪ੍ਰਤੱਖ ਰੂਪ ਵਿੱਚ ਬਣ ਕੇ ਮੇਰੇ ਸਾਹਮਣੇ ਆ ਖਲੋਂਦਾ ਹੈ। ਹੁਣ ਜਿਸ ਤਰ੍ਹਾਂ ਮੈਂ ਚਾਹਾਂ ਆਪਣੀ ਸ੍ਰਿਸ਼ਟੀ ਬਣਾ ਸਕਦਾ ਤੇ ਜੋ ਕੁਝ ਮੈਂ ਬਣਨਾ ਚਾਹਾਂ ਉਹ ਬਣ ਸਕਦਾ। ਮੈਨੂੰ ਤੇ ਇਹ ਹੀ ਆਨੰਦਪੁਰ ਲੱਗਦਾ ਹੈ। ਹੁਣ ਮੈਨੂੰ ਅੱਗੇ ਜਾਣ ਦੀ ਕੀ ਲੋੜ ਹੈ? ਜੇ ਇਸ ਤੋਂ ਅੱਗੇ ਤੇ ਇਸ ਤੋਂ ਚੰਗੇ ਥਾਂ ਹੋਣ ਦੀ ਕੋਈ ਗੁੰਜਾਇਸ਼ ਹੀ ਨਹੀਂ, ਭਾਵ ਹੋ ਹੀ ਨਹੀਂ ਸਕਦਾ, ਤੇ ਫਿਰ ਅੱਗੇ ਜਾਣ ਦੀ ਲੋੜ ਕੀ ਹੋਈ? ਜੇ ਸੱਚ ਪੁੱਛੋ ਤਾਂ ਮੈਂ ਤੁਹਾਨੂੰ ਇਹ ਕਹਿਣ ਆਇਆ ਸਾਂ ਬਈ ਮੈਂ ਅੱਗੇ ਨਹੀਂ ਜਾਣਾ ਚਾਹੁੰਦਾ, ਕਿਉਂਕਿ ਮੈਨੂੰ ਇਸ ਤੋਂ ਪਰਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ। ਉਹ ਬਰਫ਼ ਨਾਲ ਲੁੱਕੀ ਪਹਾੜ ਦੀ ਚੋਟੀ ਜਿੱਥੇ ਤੁਸੀਂ ਮੈਨੂੰ ਲੈ ਜਾਣਾ ਚਾਹੁੰਦੇ ਜੇ, ਮੈਨੂੰ ਤਾਂ ਕੋਈ ਰੁੱਖੀ ਜਿਹੀ ਸ਼ੈ ਸੁੰਨ ਜਿਹੀ ਜਾਪਦੀ ਏ। ਉੱਥੇ ਜਾ ਕੇ ਮੈਂ ਕੀ ਕਰਾਂਗਾ? ਤੁਸੀਂ ਮੇਰੇ ਵੱਲੋਂ ਮਹਾਰਾਜਾ ਪ੍ਰਭੂ ਸਿੰਘ ਜੀ ਦਾ ਲੱਖ ਲੱਖ ਧੰਨਵਾਦ ਕਰ ਦੇਣਾ, ਜਿਨ੍ਹਾਂ ਦੀ ਕਿਰਪਾ ਨਾਲ ਤੁਹਾਡੇ ਸਤਸੰਗ ਕਰਕੇ ਮੇਰੀ ਹਾਲਤ ਵਿੱਚ ਇੰਨੀ ਵੱਡੀ ਤਬਦੀਲੀ ਆ ਗਈ ਹੈ। ਪਰ ਜੋ ਕੁਝ ਮੈਂ ਚਾਹੁੰਦਾ ਸੀ ਉਹ ਮੈਨੂੰ ਮਿਲ ਗਿਆ ਹੈ। ਅਜੇ ਹੋਰ ਅੱਗੇ ਮੈਨੂੰ ਕੁਝ ਨਹੀਂ ਦਿਸਦਾ, ਇਸ ਲਈ ਜੋ ਕੁਝ ਮੈਨੂੰ ਮਿਲ ਗਿਆ ਉਸ ਨੂੰ ਛੱਡ ਕੇ ਮੈਂ ਐਵੇਂ ਅਣਦਿਸਦੀਆਂ ਸ਼ੈਆਂ ਵੱਲ ਕਿਉਂ ਭੱਜਾਂ? ਕਿਉਂ ਨਾ ਮੈਂ ਇਸੇ ਹਾਲਤ ਨੂੰ ਇਸੇ ਦੇਸ਼ ਵਿੱਚ ਸੁੱਖ ਨਾਲ ਮੰਨਦਾ ਰਵਾਂ। ਸਰਦਾਰ ਸੰਤ ਸਿੰਘ ਜੀ ਮੁਸਕਰਾਏ ਤੇ ਕਹਿਣ ਲੱਗੇ, ਪਿਆਰੇ ਗੁਰਮੁਖ ਸਿੰਘ ਜੀ, ਮੈਂ ਤੁਹਾਨੂੰ ਪਿਛਲੇ ਪੜਾਅ ਤੇ ਵੀ ਦੱਸਿਆ ਸੀ ਤੇ ਹੁਣ ਫਿਰ ਚੰਗੀ ਤਰ੍ਹਾਂ ਦੱਸ ਦੇਣਾ ਚਾਹਣਾ ਕਿ ਤੁਹਾਨੂੰ ਮਜਬੂਰ ਕਰਕੇ ਅੱਗੇ ਲੈ ਜਾਣ ਦੀ ਮੇਰੀ ਕੋਈ ਇੱਛਾ ਨਹੀਂ। ਇਹ ਤੁਹਾਡੀ ਖੁਸ਼ੀ ਹੈ। ਤੁਹਾਡਾ ਜੀ ਕਰੇ ਤਾਂ ਇਸੇ ਸਥਾਨ ਤੇ ਟਿਕੇ ਰਹੋ, ਜੀ ਕਰੇ ਹੇਠਲੇ ਸਥਾਨ ਤੇ ਚਲੇ ਜਾਓ। ਹਾਂ, ਜੇ ਤੁਹਾਡਾ ਜੀ ਕਰੇ ਤਾਂ ਮੁੜ ਕੇ ਤੁਸੀਂ ਆਪਣੇ ਪੁਰਾਣੇ ਦੇਸ਼ ਤ੍ਰਿਸ਼ਨਾਗੜ੍ਹ ਵਿਖੇ ਵੀ ਜਾ ਸਕਦੇ ਹੋ, ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਮੇਰਾ ਫਰਜ਼ ਤੇ ਸਿਰਫ ਤੁਹਾਨੂੰ ਸਫ਼ਰ ਦੀ ਹਰ ਮੰਜ਼ਿਲ ਸੰਬੰਧੀ ਪੂਰੀ ਜਾਣਕਾਰੀ ਦੇਣਾ ਸੀ, ਪਰ ਸਫ਼ਰ ਨੂੰ ਅਗਾਂਹ ਵੱਲ ਕਾਇਮ ਰੱਖਣਾ, ਭਾਵ ਅੱਗੇ ਚੱਲਣਾ ਜਾਂ ਪਿੱਛੇ ਮੁੜ ਜਾਣਾ, ਇਸ ਗੱਲ ਦਾ ਅਧਿਕਾਰ ਤੁਹਾਡਾ ਆਪਣਾ ਹੈ। ਜਦੋਂ ਤੁਹਾਡਾ ਜੀ ਕਰੇ ਤਾਂ ਹੀ ਅੱਗੇ ਚੱਲਣਾ, ਤੇ ਜੇ ਤੁਹਾਡਾ ਦਿਲ ਨਾ ਕਰੇ ਤਾਂ ਭਾਵੇਂ ਇੱਥੇ ਟਿਕੇ ਰਹਿਣਾ ਤੇ ਭਾਵੇਂ ਵਾਪਸ ਮੁੜ ਜਾਣਾ। ਪਰ ਤੁਸਾਂ ਇਸ ਸਥਾਨ ਦੇ ਹੱਕ ਵਿੱਚ ਤੇ ਇੱਥੇ ਰਹਿਣ ਦੇ ਹੱਕ ਵਿੱਚ ਜਿਹੜੀਆਂ ਦਲੀਲਾਂ ਦਿੱਤੀਆਂ ਨੇ ਨਾ, ਉਹ ਇਸ ਕਰਕੇ ਠੀਕ ਨਹੀਂ ਕਿਉਂਕਿ ਤੁਸੀਂ
ਵੇਖੀ ਹੋਈ ਸ਼ੈ ਦਾ ਅਣਵੇਖੀ ਸ਼ੈ ਨਾਲ ਮੁਕਾਬਲਾ ਕਰ ਰਹੇ ਹੋ। ਜੋ ਸਫ਼ਰ ਤੁਸੀਂ ਹਾਲਾਂ ਤੈਅ ਹੀ ਨਹੀਂ ਕੀਤਾ, ਉਸ ਦਾ ਤੁਸੀਂ ਆਪਣੇ ਤੈਅ ਕਰ ਚੁੱਕੇ ਸਫ਼ਰ ਨਾਲ ਕਿਵੇਂ ਮੁਕਾਬਲਾ ਕਰ ਸਕਦੇ ਹੋ? ਦੂਸਰੇ ਲਫ਼ਜ਼ਾਂ ਵਿੱਚ, ਜਿਹੜੀ ਚੀਜ਼ ਤੁਸੀਂ ਵੇਖੀ ਨਹੀਂ ਉਹਦੇ ਬਾਰੇ ਵਿੱਚ ਕੁਝ ਵੀ ਸੋਚਣਾ ਜਾਂ ਕਹਿਣਾ ਐਵੇਂ ਅੰਦਾਜ਼ੇ ਲਾਉਣ ਵਾਲੀ ਗੱਲ ਹੈ, ਤੇ ਅੰਦਾਜ਼ੇ ਤੇ ਹਰ ਵਾਰ ਗਲਤੀ ਹੋਣ ਦੀ ਸੰਭਾਵਨਾ ਹੁੰਦੀ ਹੈ। ਖੈਰ, ਤੁਸੀਂ ਇਹ ਤਾਂ ਸੋਚੋ ਵੀ ਜੇ ਇਹ ਅਸਥਾਨ ਸਭ ਤੋਂ ਚੰਗਾ ਤੇ ਸੁਹਾਵਣਾ ਹੋਵੇ ਤਾਂ ਇਸ ਦੇ ਮਾਲਕ ਮਹਾਰਾਜਾ ਪ੍ਰਭੂ ਸਿੰਘ ਜੀ ਆਪ ਇੱਥੇ ਕਿਉਂ ਨਾ ਰਹਿਣ? ਉਹਨਾਂ ਦਾ ਇੱਥੇ ਨਾ ਰਹਿਣਾ ਤੇ ਇਸ ਤੋਂ ਅੱਗੇ ਹੋਰ ਉਚਾਈ ਤੇ ਬਿਰਾਜਣਾ ਹੀ ਸਿੱਧ ਕਰਦਾ ਹੈ ਬਈ ਅਗਲਾ ਸਥਾਨ ਇਸ ਸਥਾਨ ਨਾਲੋਂ ਵੀ ਬਹੁਤ ਚੰਗਾ ਹੋਵੇਗਾ। ਹਾਂ, ਤੁਹਾਨੂੰ ਜਿਹੜਾ ਸਥਾਨ ਇਥੋਂ ਬਰਫ਼ ਨਾਲ ਲੁਕੀ ਹੋਈ ਰੁੱਖੀ ਤੇ ਸੁੰਨ-ਮਸੁੰਨ ਘਾਟੀ ਨਜ਼ਰ ਆਉਂਦੀ ਹੈ ਨਾ, ਉਹ ਉੱਥੇ ਪਹੁੰਚ ਕੇ ਐਸੀ ਨਹੀਂ ਰਹਿੰਦੀ, ਸਿਰਫ ਐਵੇਂ ਦੂਰੋਂ ਹੀ ਬੰਦੇ ਨੂੰ ਇਸ ਤਰ੍ਹਾਂ ਲੱਗਦੀ ਹੈ। ਭਾਵੇਂ ਤੁਸੀਂ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਨਾ ਵੀ ਸਮਝ ਸਕੋ, ਫਿਰ ਵੀ ਤੁਹਾਨੂੰ ਨਾ ਅਗਲੇ ਹੀ ਥਾਂ ਦੀ ਕੁਝ ਉੱਚਤਾ ਤੇ ਮਹੱਤਤਾ ਦੀ ਇੱਕ ਮਿਸਾਲ ਮੈਂ ਦੇ ਕੇ ਸਮਝਾਉਣ ਦਾ ਯਤਨ ਕਰਦਾ ਹਾਂ। ਕਹਿੰਦੇ ਨੇ ਇੱਕ ਰਾਜਾ ਸੀ ਤੇ ਉਸਦਾ ਇੱਕ ਸੀ ਪੁੱਤਰ। ਪੁੱਤਰ ਜਵਾਨ ਹੋ ਗਿਆ, ਬੜਾ ਸਿਆਣਾ ਤੇ ਹੋਣਹਾਰ। ਰਾਜੇ ਨੇ ਉਸ ਨੂੰ ਪਹਿਲੋਂ ਆਪਣੀ ਰਿਆਸਤ ਦੇ ਇੱਕ ਸ਼ਹਿਰ ਉੱਤੇ ਰਾਜ ਕਰਨ ਵਾਸਤੇ ਆਗਿਆ ਦਿੱਤੀ। ਜਦੋਂ ਪੁੱਤਰ ਹੋਰ ਵੱਡਾ ਹੋਇਆ ਤਾਂ ਰਾਜੇ ਨੇ ਉਸ ਨੂੰ ਆਪਣੇ ਇੱਕ ਸੂਬੇ ਉੱਤੇ ਰਾਜ ਕਰਨ ਦਾ ਅਖਤਿਆਰ ਦੇ ਦਿੱਤਾ। ਪੁੱਤਰ ਆਪਣੇ ਪਿਤਾ ਦੀਆਂ ਸਾਰੀਆਂ ਤਾਕਤਾਂ, ਲਸ਼ਕਰ, ਖਜ਼ਾਨੇ, ਵਜ਼ੀਰਾਂ ਤੇ ਚੰਗੇ ਸਲਾਹਕਾਰਾਂ ਦੇ ਆਸਰੇ ਕੁਝ ਚਿਰ ਸੂਬੇ ਦਾ ਵੀ ਚੰਗਾ ਰਾਜ ਪ੍ਰਬੰਧ ਕਰਦਾ ਰਿਹਾ। ਅਖੀਰ ਜਦੋਂ ਪੁੱਤਰ ਰਾਜੇ ਦੇ ਆਪਣੇ ਬਰਾਬਰ ਦਾ ਹੋਇਆ ਤਾਂ ਰਾਜੇ ਨੇ ਉਸ ਨੂੰ ਆਪਣੇ ਕੋਲ ਬੁਲਾਇਆ ਤੇ ਸਾਰੇ ਵਜ਼ੀਰਾਂ ਤੇ ਅਹਿਲਕਾਰਾਂ ਨੂੰ ਆਖਿਆ, ਬਈ ਅੱਜ ਤੋਂ ਬਾਅਦ ਮੇਰਾ ਪੁੱਤਰ ਮੇਰੀ ਥਾਂ ਤੇ ਰਾਜ ਕਰੇਗਾ। ਤੁਸੀਂ ਸਾਰੇ ਜਣੇ ਇਸ ਦੀ ਪਰਜਾ ਜੇ, ਮੇਰੇ ਤੇ ਇਸ ਵਿਚਕਾਰ ਕੋਈ ਫਰਕ ਨਾ ਸਮਝਣਾ ਤੇ ਇਸ ਨੂੰ ਮੇਰਾ ਰੂਪ ਹੀ ਜਾਣਨਾ। ਇਸ ਤੋਂ ਮਗਰੋਂ ਸਭ ਫੌਜਾਂ, ਲਸ਼ਕਰ, ਅਦਾਲਤਾਂ, ਰਾਜ ਪ੍ਰਬੰਧ ਦੇ ਸਾਰੇ ਮਹਿਕਮੇ ਰਾਜੇ ਵੱਲੋਂ ਆਪਣੇ ਪੁੱਤਰ ਦੇ ਸਪੁਰਦ ਕਰ ਦਿੱਤੇ ਗਏ। ਇਹ ਗੱਲ ਸੁਣਾ ਕੇ ਸਰਦਾਰ ਸੰਤ ਸਿੰਘ ਜੀ ਕਹਿਣ ਲੱਗੇ, ਗੁਰਮੁਖ ਸਿੰਘ ਜੀ, ਹੁਣ ਦੱਸੋ ਬਈ ਰਾਜੇ ਦੇ ਪੁੱਤਰ ਦੀ ਕਿਹੜੀ ਅਵਸਥਾ ਚੰਗੀ ਸੀ? ਇੱਕ ਸ਼ਹਿਰ ਉੱਤੇ ਰਾਜ ਕਰਨ ਵਾਲੀ, ਜਾਂ ਅੰਤਿਮ ਅਵਸਥਾ ਜਿਸ ਵਿੱਚ ਪਿਤਾ ਤੇ ਪੁੱਤਰ ਦਾ ਆਪਸ ਵਿੱਚ ਕੋਈ ਫਰਕ ਹੀ ਨਹੀਂ ਸੀ ਰਿਹਾ? ਗੁਰਮੁਖ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗਾ, ਹਾਂਜੀ ਸਰਦਾਰ ਜੀ, ਇਸ ਦਾ ਜਵਾਬ ਤੇ ਸਾਫ਼ ਹੈ ਕਿ ਰਾਜੇ ਦੇ ਪੁੱਤਰ ਦੀ ਆਖਰੀ ਅਵਸਥਾ ਜਿਸ ਵਿੱਚ ਉਸ ਦਾ ਤੇ ਉਸ ਦੇ ਪਿਤਾ ਦਾ ਆਪਸ ਵਿੱਚ ਕੋਈ ਫਰਕ ਨਹੀਂ ਸੀ ਰਿਹਾ, ਉਹ ਹੀ ਚੰਗੀ ਸੀ। ਪਰ ਇਸ ਸਾਰੀ ਗੱਲ ਦਾ ਸਾਡੇ ਸਫ਼ਰ ਨਾਲ ਕੀ ਸੰਬੰਧ ਹੋਇਆ? ਸਰਦਾਰ ਸੰਤ ਸਿੰਘ ਜੀ ਕਹਿਣ ਲੱਗੇ, ਦੇਖੋ, ਸਾਡੇ ਸਫ਼ਰ ਨਾਲ ਇਸ ਗੱਲ ਦਾ ਸੰਬੰਧ ਸਿਰਫ ਇਹਨਾਂ ਹੈ ਕਿ ਤੁਸੀਂ ਇੱਕ ਸ਼ਹਿਰ ਜਾਂ ਇੱਕ ਸੂਬੇ ਉੱਤੇ ਦਿੱਤੇ ਗਏ ਰਾਜ ਨੂੰ ਹੀ ਸਾਰੇ ਦੇਸ਼ ਦਾ ਰਾਜ ਸਮਝ ਰਹੇ ਹੋ। ਇਹ ਦੋ ਪੜਾਅ ਜਿਹੜੇ ਤੁਸੀਂ ਆਪਣੇ ਸਫ਼ਰ ਵਿੱਚ ਵੇਖੇ ਨੇ ਤੇ ਤੁਸੀਂ ਜਿਨ੍ਹਾਂ ਉੱਤੇ ਮੋਹਿਤ ਹੁੰਦੇ ਰਹੇ ਹੋ ਤੇ ਉਹਨਾਂ ਨੂੰ ਹੀ ਸਾਰਾ ਕੁਝ ਸਮਝ ਰਹੇ ਹੋ, ਇਹ ਤੁਹਾਡੀ ਬਹੁਤ ਵੱਡੀ ਭੁੱਲ ਹੈ। ਅੱਗੇ ਚੱਲ ਕੇ ਤੁਹਾਡੀ ਜਦੋਂ ਇਸ ਭੁਲੇਖੇ ਤੋਂ ਅੱਖ ਖੁੱਲੇਗੀ ਤਾਂ ਹੀ ਤੁਹਾਨੂੰ ਉਸ ਵੱਡੀ ਪਾਤਸ਼ਾਹੀ ਦੀ ਮਹਾਨਤਾ ਪ੍ਰਤੀਤ ਹੋਵੇਗੀ। ਪਰ ਜੇ ਤੁਸੀਂ ਇੱਥੇ ਟਿਕੇ ਰਹੇ ਨਾ ਤਾਂ ਜੋ ਵੇਖ ਰਹੇ ਹੋ ਇਹ ਹੀ ਸਭ ਤੋਂ ਉੱਚੀ ਗੱਲ ਜਾਪੇਗੀ।
ਗੁਰਮੁਖ ਸਿੰਘ ਨੂੰ ਕਿਉਂਕਿ ਸੰਤ ਸਿੰਘ ਦੇ ਬਚਨਾਂ ਉੱਤੇ ਸ਼ੁਰੂ ਤੋਂ ਹੀ ਬੜਾ ਪੱਕਾ ਯਕੀਨ ਸੀ ਤੇ ਉਹ ਸਰਦਾਰ ਸੰਤ ਸਿੰਘ ਨੂੰ ਸਦਾ ਹੀ ਆਪਣਾ ਬੜਾ ਪਿਆਰਾ ਹਮਦਰਦ ਅਤੇ ਸੱਚਾ ਸ਼ੁਭ ਚਿੰਤਕ ਵੇਖਦਾ ਸੀ। ਇਸ ਲਈ ਗੁਰਮੁਖ ਸਿੰਘ ਦੇ ਦਿਲ ਵਿੱਚ ਖਿਆਲ ਆਇਆ ਬਈ ਸੰਤ ਸਿੰਘ ਆਖਦਾ ਤੇ ਠੀਕ ਹੈ, ਬਈ ਜਿਹੜਾ ਸਫ਼ਰ ਮੈਂ ਹਾਲਾਂ ਕੀਤਾ ਹੀ ਨਹੀਂ, ਜਿਸ ਥਾਂ ਤੇ ਮੈਂ ਹਾਲਾਂ ਗਿਆ ਹੀ ਨਹੀਂ, ਉਸ ਦੇ ਬਾਰੇ ਵਿੱਚ ਮੈਂ ਐਵੇਂ ਕੋਈ ਆਪਣੀ ਰਾਏ ਕਾਇਮ ਕਰ ਲਵਾਂ, ਇਹ ਤੇ ਠੀਕ ਨਹੀਂ ਹੈਗਾ। ਸੰਤ ਸਿੰਘ ਨੇ ਸਫ਼ਰ ਦੀਆਂ ਅਗਲੀਆਂ ਤੇ ਪਿਛਲੀਆਂ ਸਭ ਮੰਜ਼ਲਾਂ ਵੇਖੀਆਂ ਨੇ। ਇਸੇ ਲਈ ਇਸੇ ਖਿਆਲ ਵਿੱਚ ਸਫ਼ਰ ਦਾ ਅਗਲਾ ਹਿੱਸਾ ਸੱਚਮੁੱਚ ਹੋਰ ਸੁਹਾਵਣਾ ਹੋਵੇਗਾ। ਇਸ ਲਈ ਇੱਕ ਚੰਗੇ ਮੁਸਾਫਿਰ ਵਾਂਗ ਮੈਨੂੰ ਸਰਦਾਰ ਸੰਤ ਸਿੰਘ ਦੀ ਸਲਾਹ ਅਨੁਸਾਰ ਚੱਲਣਾ ਚਾਹੀਦਾ ਹੈ। ਗੁਰਮੁਖ ਸਿੰਘ ਨੀਵੀਂ ਪਾਈ ਦਿਲ ਵਿੱਚ ਕੁਝ ਸੋਚ ਰਿਹਾ ਸੀ। ਉਸ ਨੂੰ ਇਸ ਸਥਾਨ ਵਿੱਚ ਵੇਖੀ ਹੋਈ ਮੌਜ ਸਭ ਯਾਦ ਸੀ। ਆਪਣੇ ਬਾਲ ਬੱਚਿਆਂ ਸਮੇਤ ਸਾਰਾ ਭੋਗਿਆ ਹੋਇਆ ਸੁਖ ਵੀ ਯਾਦ ਸੀ। ਅੱਗੇ ਘੁੱਪ ਹਨੇਰਾ ਦਿਸਦਾ ਸੀ ਤੇ ਸਾਰੇ ਕੁਝ ਨੂੰ ਛੱਡ ਕੇ ਇਕੱਲਿਆਂ ਸੰਤ ਸਿੰਘ ਦੇ ਮਗਰ ਤੁਰਨਾ ਬੜਾ ਔਖਾ ਜਾਪਦਾ ਸੀ। ਪਤਾ ਨਹੀਂ ਅੱਗੇ ਕੀ ਹੋਵੇ, ਕਿਤੇ ਇਹ ਅਵਸਥਾ ਵੀ ਨਾ ਜਾਂਦੀ ਰਵੇ ਤੇ ਵੈਸੇ ਵੀ ਅਗਲੀ ਮੰਜ਼ਿਲ ਦੀ ਸਿੱਧੀ ਚੜ੍ਹਾਈ ਵੀ ਜੇ ਕਿਤੇ ਨਾ ਚੜ੍ਹੀ ਗਈ ਜਾਂ ਜੇ ਕਿਤੇ ਪੈਰ ਫਿਸਲ ਗਿਆ ਤਾਂ ਆਲੇ ਦੁਆਲੇ ਦੀਆਂ ਡੂੰਘੀਆਂ ਖੱਡਾਂ ਵਿੱਚ ਡਿੱਗ ਕੇ ਪਾਸੇ ਭੱਜ ਜਾਣਗੇ। ਮੈਂ ਕੀ ਕਰਾਂ? ਵੇਖੋ, ਸੰਤ ਸਿੰਘ ਦੀ ਗੱਲ ਵੀ ਠੀਕ ਹੈ। ਜਦੋਂ ਉਹ ਕਹਿੰਦਾ ਬਈ ਅਗਲੀ ਮੰਜ਼ਿਲ ਬੜੀ ਉੱਚੀ ਹੈ, ਬੜੀ ਚੰਗੀ ਹੈ, ਤਾਂ ਮੇਰਾ ਫਰਜ਼ ਹੈ ਕਿ ਮੈਂ ਆਪਣੇ ਤਜਰਬੇਕਾਰ ਮਿੱਤਰ ਦੇ ਬਚਨਾਂ ਉੱਤੇ ਯਕੀਨ ਕਰਾਂ। ਸੰਤ ਸਿੰਘ ਜੀ ਆਖਣ ਲੱਗੇ, ਜੇ ਤੁਸੀਂ ਚਾਹੋ ਤਾਂ ਗੁਰਮੁਖ ਸਿੰਘ ਜੀ ਮੈਂ ਥੋੜੀ ਦੇਰ ਹੋਰ ਰੁਕ ਜਾਣਾ, ਮੈਂ ਤੁਹਾਡੀ ਇੰਤਜ਼ਾਰ ਕਰ ਲੈਣਾ। ਤੁਸੀਂ ਇੱਥੇ ਰੁਕੇ ਰਹੋ, ਆਨੰਦ ਮਾਣੋ, ਨਾਲੇ ਆਰਾਮ ਨਾਲ ਆਪਣੇ ਮਨ ਵਿੱਚ ਸੋਚ ਵਿਚਾਰ ਕਰ ਲਵੋ, ਫਿਰ ਜਿਵੇਂ ਤੁਹਾਡਾ ਖਿਆਲ ਹੋਵੇਗਾ ਉਵੇਂ ਕਰ ਲਾਂਗੇ। ਸੰਤ ਸਿੰਘ ਦੀ ਆਵਾਜ਼ ਸੁਣ ਕੇ ਗੁਰਮੁਖ ਸਿੰਘ ਨੇ ਜਿਵੇਂ ਹੀ ਸੰਤ ਸਿੰਘ ਦੇ ਚਿਹਰੇ ਵੱਲ ਤੱਕਿਆ ਨਾ, ਤਾਂ ਉਸ ਨੂੰ ਇੱਕ ਅਜੀਬ ਦ੍ਰਿਸ਼ ਨਜ਼ਰ ਆਇਆ। ਉਸ ਨੂੰ ਸੰਤ ਸਿੰਘ ਦੀਆਂ ਅੱਖਾਂ ਦੇ ਰਾਹੀਂ ਸੰਤ ਸਿੰਘ ਦੀ ਨੂਰੀ ਆਤਮਾ ਦਿਸੀ, ਜਿਸ ਵਿੱਚ ਖੇੜਾ ਸੀ, ਅਡੋਲਤਾ ਸੀ, ਤੇਜ ਪਰਮ ਸ਼ਕਤੀ ਸੀ, ਪ੍ਰੇਮ ਅਤੇ ਸੀਤਲਤਾ ਸੀ। ਗੁਰਮੁਖ ਸਿੰਘ ਨੇ ਸੰਤ ਸਿੰਘ ਦੀਆਂ ਅੱਖਾਂ ਦੇ ਰਾਹੀਂ ਜਦੋਂ ਉਸ ਦੇ ਅੰਦਰ ਬਿਰਾਜ ਰਹੀ ਪਾਤਸ਼ਾਹੀ ਦੇ ਦਰਸ਼ਨ ਕੀਤੇ ਤੇ ਫਿਰ ਆਪਣੀ ਹਾਲਤ ਵੱਲ ਨਜ਼ਰ ਮਾਰਿਆ ਤਾਂ ਉਸ ਨੂੰ ਆਪਣੀ ਤੇ ਸੰਤ ਸਿੰਘ ਦੀ ਹਾਲਤ ਵਿੱਚ ਬੜਾ ਫਰਕ ਦਿਸਿਆ। ਇਸ ਤਰ੍ਹਾਂ ਜਾਪਦਾ ਸੀ ਜਿਵੇਂ ਗੁਰਮੁਖ ਸਿੰਘ ਦੀ ਆਤਮਾ ਹੁਣ ਉਸ ਨੂੰ ਅੰਦਰੋਂ ਪੁਕਾਰ ਕੇ ਕਹਿ ਰਹੀ ਸੀ, ਓਏ ਤੈਨੂੰ ਇਹ ਸਮਾਂ ਮੁੜ ਕੇ ਨਹੀਂ ਮਿਲਣਾ। ਸੰਤ ਸਿੰਘ ਦਾ ਪੱਲਾ ਘੁੱਟ ਕੇ ਫੜ ਲੈ, ਜੱਫੀ ਪਾ ਲੈ ਉਸ ਦੇ ਚਰਨਾਂ ਨੂੰ, ਛੱਡੀ ਨਾ, ਤੇ ਵੇਖੀ ਕਿਤੇ ਇਸ ਗੁਰਮੁਖ ਦਾ ਸੰਗ ਤਿਆਗ ਕੇ ਕਿਤੇ ਹੋਰ ਨਾ ਤੁਰ ਪਈ। ਘੁੱਟ ਕੇ ਫੜ ਲੈ ਇਸ ਦਾ ਪੱਲਾ ਤੇ ਹੁਣੇ ਉੱਠ ਤੇ ਤੁਰ ਸਰਦਾਰ ਸੰਤ ਸਿੰਘ ਨਾਲ ਉਸ ਅਗਾਂਹ ਆਗਾਮੀ ਮੰਜ਼ਿਲ ਵੱਲ।